everyone, my name is Sanjay Singh and I'm here to teach you some facts about the Punjab Police recruitment. The most awaited recruitment of the year is this Punjab Police Sub Inspector. बहुत सारे स्टूडेंट्स एस्पिरेंट्स जो कि गवर्नमेंट जॉब ਲਈ प्रिपेयर कर रहे ने एंड जो ऑलरेडी गवर्नमेंट जॉब 'ਚ ਹੈ ਵੀ ਨੇ ਉਹ ਜੋ ਹੈ ਇੱਥੇ ਪੰਜਾਬ ਪੁਲਿਸ ਦੀ ਸਬ ਇੰਸਪੈਕਟਰ ਦੀ ਭਰਤੀ ਦੀ ਬਹੁਤ ਚਿਰ ਤੋਂ ਹੀ ਵੇਟ ਕਰ ਰਹੇ ਸੀ। ਠੀਕ ਹੈ, ਹੁਣ ਇਹਦੇ ਬਾਰੇ ਆਪਾਂ ਅੱਜ ਕੁਝ ਫੈਕਟਸ ਆਪਾਂ ਡਿਸਕਸ ਕਰਾਂਗੇ ਕਿਉਂਕਿ ਅੱਜ ਹੀ ਜਿਹੜਾ ਪੰਜਾਬ ਪੁਲਿਸ ਵੱਲੋਂ ਜਿਹੜਾ ਆਫੀਸ਼ੀਅਲ ਨੋਟੀਫਿਕੇਸ਼ਨ ਜਿਹੜਾ ਰਿਲੀਜ਼ ਕੀਤਾ ਗਿਆ ਉਹ ਵੀ ਸੋ ਇਹਦੀ ਜਿਹੜੀ ਹੈ ਅਪਲਾਈ ਕਰਨ ਦੀ ਡੇਟ ਅੱਜ ਤੋਂ ਹੀ ਸਟਾਰਟ ਹੋ ਗਈ ਆ 4 PM ਤੋਂ ਇਹਦੀ ਡੇਟ ਸਟਾਰਟ ਹੋ ਗਈ ਆ ਐਂਡ ਦ ਲਾਸਟ ਡੇਟ ਇਜ਼ July 27 till midnight ਤੱਕ ਆਪਾਂ ਜਿਹੜਾ ਇਹਨੂੰ ਲਾਸਟ ਡੇਟ ਤੱਕ ਆਪਾਂ ਅਪਲਾਈ ਕਰ ਸਕਦੇ ਹਾਂ। ਓਕੇ, ਸੋ ਹੁਣ ਫਸਟ ਫੈਕਟਰ ਆਉਂਦਾ ਕਿ ਕਿੰਨੀਆਂ ਪੋਸਟਸ ਇਹਦੇ ਵਿੱਚ ਕਿੰਨੇ ਲੋਕ ਇਹਨਾਂ ਨੇ ਰਿਕਰੂਟ ਕਰਨੇ ਆ। ਜੇ ਆਪਾਂ ਟੋਟਲ ਦੀ ਗੱਲ ਕਰੀਏ ਟੋਟਲ ਨੰਬਰ ਇਜ਼ 560 ਜੋ ਕਿ 4 ਡਿਫਰੈਂਟ ਕੈਡਰਸ ਦੇ ਵਿੱਚ ਡਿਵਾਈਡਡ ਆ। ਫਸਟ ਵਨ ਇਜ਼ ਡਿਸਟ੍ਰਿਕਟ ਪੁਲਿਸ and the number of vacancies in this is 87. Second one is the armed police of the Punjab. There are total 97 vacancies in this cadre. And third one is investigation. ਸਭ ਤੋਂ ਜ਼ਿਆਦਾ ਵੈਕੈਂਸੀਜ਼ ਜਿਹੜੀਆਂ ਵੀ ਇਨਵੈਸਟੀਗੇਸ਼ਨ ਕੈਡਰ ਦੇ ਵਿੱਚ ਆਈਆਂ ਜਿਹੜੀ ਕਿ ਟੋਟਲ ਨੰਬਰ ਹੈਗੇ ਆ 289 ਐਂਡ ਲਾਸਟ ਇਜ਼ ਇੰਟੈਲੀਜੈਂਸ ਵਿੰਗ ਇਹਦੇ ਵਿੱਚ 87 ਜਿਹੜੀਆਂ ਵੈਕੈਂਸੀਜ਼ ਆਈਆਂ ਜਿਹੜੀ ਕਿ ਟੋਟਲ ਕਿੰਨੇ ਹੋ ਗਏ 560। ਓਕੇ, ਸੋ ਇਹ ਤੇ ਹੋ ਗਿਆ ਨੰਬਰ ਆਫ ਵੈਕੈਂਸੀਜ਼ 560 ਬਟ ਇਹ 560 ਪੋਸਟਸ ਹਾਸਲ ਕਰਨ ਵਾਲੇ ਕਿੰਨੇ ਕੈਂਡੀਡੇਟਸ ਹੋਣਗੇ ਅਪਰੋਕਸੀਮੇਟਲੀ ਲੱਖ ਤੋਂ 1.5 ਲੱਖ ਕੈਂਡੀਡੇਟਸ ਜਿਹੜੇ ਇਹਨੂੰ ਅਪਲਾਈ ਕਰਨਗੇ ਇਸ ਦੀ ਉਮੀਦ ਕੀਤੀ ਜਾ ਰਹੀ ਹੈ। ਸੋ ਇਹਨੂੰ ਅਪਲਾਈ ਕਰਨ ਲਈ ਐਲੀਜੀਬਲ ਕੌਣ ਹੈ? There are certain factors which we have to discuss about the eligibility. First one is the age limit. Only those candidates are eligible to apply for these posts which are under 28 years. Minimum age ਜਿਹੜੀ ਆ ਤੁਹਾਡੀ 18 ਸਾਲ ਘੱਟੋ ਘੱਟ ਹੋਣੀ ਚਾਹੀਦੀ ਆ ਐਂਡ ਮੈਕਸਿਮਮ ਏਜ ਜਿਹੜੀ ਆ 28 years ਹੋਣੀ ਚਾਹੀਦੀ ਆ। ਕਦੋਂ ਤੱਕ? 1 ਜਨਵਰੀ 2021 ਤੱਕ, ਯਾਨੀ ਕਿ ਇਸ ਸਾਲ ਜਨਵਰੀ ਮੰਥ ਦੇ ਫਸਟ ਡੇ ਤੋਂ ਜਿਹੜੇ 21 ਸਾਲ ਦੇ 28 years ਦੇ ਨੇ ਉਹੀ ਇਹਨੂੰ ਅਪਲਾਈ ਕਰ ਸਕਦੇ, ਯਾਨੀ ਕਿ 31 ਦਸੰਬਰ 1992 ਤੋਂ ਬਾਅਦ ਵਾਲੇ ਜਿਹੜੇ ਆ ਬੋਰਨ ਆ ਉਹ ਸਾਰੇ ਹੀ ਇਹਨੂੰ ਅਪਲਾਈ ਕਰ ਸਕਦੇ। There is a special relaxation for some categories OBC and SC categories, ਉਹਨਾਂ ਵਾਸਤੇ 5 years ਦੀ ਰਿਲੈਕਸੇਸ਼ਨ ਹੈ, ਯਾਨੀ ਕਿ ਉਹ 33 years ਤੱਕ ਆ ਤਾਂ ਵੀ ਅਪਲਾਈ ਕਰ ਸਕਦੇ ਆ। There is also provision of relaxation for government employees. ਜੇ ਕੋਈ ਪੰਜਾਬ ਗਵਰਨਮੈਂਟ, ਸਟੇਟ ਗਵਰਨਮੈਂਟ, ਕਿਸੇ ਹੋਰ ਸਟੇਟ ਦੀ ਗਵਰਨਮੈਂਟ ਜਾਂ ਸੈਂਟਰਲ ਗਵਰਨਮੈਂਟ ਦੇ ਵਿੱਚ EMPLOYE ਆ ਬਸ਼ਰਤ ਹੈ ਕਿ ਉਹ EMPLOYE ਜਿਹੜਾ ਰੈਗੂਲਰ ਹੋਣਾ ਚਾਹੀਦਾ, ਉਹਦੇ ਵਾਸਤੇ ਵੀ 5 ਸਾਲ ਦੀ ਰਿਲੈਕਸੇਸ਼ਨ ਅਵੇਲੇਬਲ ਹੈ। ਏਜ ਤੋਂ ਬਾਅਦ ਗੱਲ ਕਰਦੇ ਆਪਾਂ ਐਜੂਕੇਸ਼ਨਲ ਕੁਆਲੀਫਿਕੇਸ਼ਨ ਦੀ। ਹੁਣ ਜਿਹੜੇ 3 ਵਿੰਗ ਆ ਸਾਡੇ ਉਹਨਾਂ ਦੇ ਲਈ ਜਿਹੜੀ ਆ ਨਾਰਮਲ ਗ੍ਰੈਜੂਏਸ਼ਨ ਚਾਹੀਦੀ ਆ, ਯਾਨੀ ਕਿ ਬੈਚਲਰਸ ਡਿਗਰੀ ਆ ਕਿਸੇ ਵੀ ਡਿਸਪਲਿਨ ਦੇ ਵਿੱਚ ਤੁਸੀਂ ਕੀਤੀ ਹੋਵੇ ਤੇ ਉਹਦੇ ਲਈ ਤੁਸੀਂ ਐਲੀਜੀਬਲ ਹੋ 3 ਵਿੰਗਸ ਵਾਸਤੇ। ਬਟ ਫॉर द ਇੰਟੈਲੀਜੈਂਸ ਵਿੰਗ ਵਾਸਤੇ ਤੁਹਾਨੂੰ ਜਿਹੜੀ ਆ ਸਪੈਸ਼ਲ ਕੁਆਲੀਫਿਕੇਸ਼ਨਸ ਦੀ ਲੋੜ ਆ। ਉਹਦੇ ਵਿੱਚ ਫਸਟ ਐਲੀਜੀਬਿਲਟੀ ਆਉਂਦੀ ਆ O ਲੈਵਲ ਸਰਟੀਫਿਕੇਸ਼ਨ। O ਲੈਵਲ ਸਰਟੀਫਿਕੇਸ਼ਨ ਇਹ ਹੈ ਇੱਕ ਜਿੱਦਾਂ ਆਪਾਂ ਕਹਿ ਸਕਦੇ 1 ਸਾਲ ਦਾ ਡਿਪਲੋਮਾ ਆ ਜਿਹੜਾ ਕਿ ਇੱਕ ਹੀ ਏਜੰਸੀ ਜਿਹੜੀ ਹੈ ਕੰਡਕਟ ਕਰਵਾਉਂਦੀ, ਜਿਹਨੂੰ ਆਪਾਂ ਡੋਇਟ ਵੀ ਕਹਿ ਦਿੰਦੇ ਆ ਬਟ ਹੁਣ ਉਹਦਾ ਨਾਮ ਚੇਂਜ ਕਰਕੇ ਕੁਝ ਹੋਰ ਰੱਖ ਦਿੱਤਾ ਗਿਆ। Presently the name of the institute is National Institute of Electronics and Information Technology. ਜੇ ਤੁਸੀਂ ਇਹ ਗ੍ਰੈਜੂਏਸ਼ਨ ਕੀਤੀ ਆ ਤੇ ਤੁਹਾਡੇ ਕੋਲ 1 ਸਾਲ ਦਾ ਡਿਪਲੋਮਾ ਆ then you are eligible for the intelligence wing. In case ਜੇ ਤੁਸੀਂ ਇਹ ਨਹੀਂ ਕੀਤੀ ਹੋਈ ਕੰਪਿਊਟਰ ਸਾਇੰਸ ਇੱਕ ਸਬਜੈਕਟ ਪੜਿਆ ਹੋਇਆ ਆਪਣੀ ਡਿਗਰੀ ਦੇ ਵਿੱਚ then you are also eligible for the intelligence wing. or third one is ਜੇ ਤੁਸੀਂ BTech ਕੀਤੀ ਹੋਈ ਆ, BSc ਕੀਤੀ ਹੋਈ ਆ, BE ਕੀਤੀ ਹੋਈ ਆ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ, ਕੰਪਿਊਟਰ ਸਾਇੰਸ ਦੇ ਵਿੱਚ, ਕੰਪਿਊਟਰ ਇੰਜੀਨੀਅਰਿੰਗ ਦੇ ਵਿੱਚ ਕੁਝ ਜਿਹੜੀ ਆ
particular departments given a notification which, then you are also eligible for the intelligence wing. Okay, educational qualification तो बाद जेडी आ one eligibility is there जेडी की mandatory है, जे वो साडे कोल नहीं आ, then you are even not able to apply if you have already graduated from the university. पंजाबी language, पंजाब ਦੇ ਡੋਮਿਸਾਈਲ ਹੋ, ਪੰਜਾਬ ਦੇ ਰਹਿਣ ਵਾਲੇ ਹੋ ਤੇ 10th ਕਲਾਸ ਦੇ ਵਿੱਚ ਪੰਜਾਬੀ ਜ਼ਰੂਰ ਪੜ੍ਹੀ ਹੋਣੀ ਚਾਹੀਦੀ। ਜੇ ਤੁਸੀਂ 10th ਕਲਾਸ ਦੇ ਵਿੱਚ ਪੰਜਾਬੀ ਨਹੀਂ ਪੜ੍ਹੀ ਦੈਨ ਤੁਸੀਂ ਇਸ ਪੋਸਟ ਲਈ ਅਪਲਾਈ ਨਹੀਂ ਕਰ ਸਕਦੇ। ਇੱਕ ਇਹਦੇ ਵਿੱਚ ਰਿਲੈਕਸੇਸ਼ਨ ਹੈ ਬਟ ਓਨਲੀ ਫॉर द ਪਰਸਨਸ ਹੂ ਆਰ ਦ ਡਿਪੈਂਡੈਂਟ ਆਫ ਪ੍ਰੋਫੈਸ਼ਨਲਸ ਵਰਕਿੰਗ ਇਨ ਦਾ ਨੈਸ਼ਨਲ ਫੋਰਸਿਸ, ਜਿਹੜੇ ਆਰਮੀ ਦੇ ਵਿੱਚ ਆ ਕਿਤੇ ਬਾਹਰ ਡਿਊਟੀ ਕਰ ਰਹੇ ਨੇ ਉਹਨਾਂ ਦੇ ਬੱਚੇ ਆ, ਉਹਨਾਂ ਨੂੰ ਇਤੋਂ ਰਿਲੈਕਸੇਸ਼ਨ ਮਿਲਦੀ ਪਈ ਆ ਜੇ ਉਹਨਾਂ ਨੇ ਪੰਜਾਬੀ ਨਹੀਂ ਪੜ੍ਹੀ 10th ਦੇ ਵਿੱਚ, ਬਟ ਵਿਦਿਨ 2 ਇਅਰਸ ਆਫ ਦ ਜੌਬ ਜੇ ਉਹਨਾਂ ਨੂੰ ਜੌਬ ਮਿਲ ਜਾਂਦੀ ਆ ਤੇ 2 ਸਾਲ ਦੇ ਵਿੱਚ ਹੀ ਉਹਨਾਂ ਨੂੰ ਪੰਜਾਬੀ ਲੈਂਗੁਏਜ ਦਾ ਟੈਸਟ ਦੇਣਾ ਪਊਗਾ ਜੋ ਕਿ ਡਿਪਾਰਟਮੈਂਟ ਕੰਡਕਟ ਕਰੂਗੀ। ਓਕੇ, ਇਹ ਜਿਹੜੀ ਸੀਗੀ ਮੈਂਡੇਟਰੀ ਕੁਆਲੀਫਿਕੇਸ਼ਨ ਸੀਗੀ ਉਹਦੇ ਵਾਸਤੇ। ਹੁਣ ਐਲੀਜੀਬਿਲਟੀ ਕਵਰ ਕਰਨ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਆਪਾਂ ਚੱਲਦੇ ਹਾਂ ਉਹਦੇ ਵੱਲ। सिलेक्शन प्रोसेस, सिलेक्शन किस तरीके नाल हो सकती है? प्रेजेंटली सिलेक्शन प्रोसेस जेड़ा डिवाइड किया गया स्टेज 1 एंड स्टेज 2, दो स्टेजेस दे विच जेड़ा सिलेक्शन प्रोसेस डिवाइड किया गया साडा। स्टेज 1 दे विच है रिटन एग्जाम्स एंड स्टेज 2 आ फिजिकल स्क्रीनिंग टेस्ट एंड फिजिकल मेजरमेंट टेस्ट। स्टेज 1 स्टेज 2 ਜੇ ਸਟੇਜ 1 ਨੂੰ ਤੁਸੀਂ ਕੁਆਲੀਫਾਈ ਕਰਦੇ ਪਿਓ ਦੈਨ ਯੂ ਆਰ ਐਲੀਜੀਬਲ ਫॉर द ਸਟੇਜ 2। ਇਹ ਸਟੇਜ 1 ਤੁਸੀਂ ਕੁਆਲੀਫਾਈ ਕਰਦੇ ਪਿਓ ਯਾਨੀ ਕਿ ਰਿਟਨ ਐਗਜ਼ਾਮਸ ਦੇ ਵਿੱਚ ਤੁਸੀਂ ਪਾਸ ਹੋ ਰਹੇ ਹੋ ਤਾਂ ਹੀ ਜਿਹੜੇ ਸਟੇਜ 2 ਦੇ ਵਿੱਚ ਤੁਸੀਂ ਜਾਓਗੇ। ਐਂਡ ਸਟੇਜ 2 ਇਜ਼ ਜਸਟ ਪਾਸ ਕਰਨੀ ਹੈ, ਇਹਦੇ ਕੋਈ ਵੀ ਨੰਬਰਸ ਐਕਸਟਰਾ ਨੰਬਰਸ ਨਹੀਂ ਮਿਲ ਰਹੇ। ਜਦੋਂ ਲਾਸਟ ਕਨਸਟੇਬਲ ਦੀ ਵੈਕੈਂਸੀਜ਼ ਨਿਕਲੀਆਂ ਸੀ 2016 2017 ਦੇ ਵਿੱਚ ਤੇ ਉਦੋਂ ਹਾਈਟ ਦੇ ਨੰਬਰ ਮਿਲਦੇ ਪਏ ਸੀ ਕਨਸਟੇਬਲਸ ਨੂੰ, ਜਿਹਦੀ ਜ਼ਿਆਦਾ ਹਾਈਟ ਹੈ ਉਹ ਨੰਬਰ ਮਿਲ ਜਾਂਦੇ ਸੀਗੇ। ਬਟ ਪ੍ਰੈਜ਼ੈਂਟਲੀ ਇਸ ਸਟੇਜ ਜਸਟ ਕੁਆਲੀਫਾਈਂਗ ਨੇਚਰ ਆ, ਇਹਦਾ ਕੋਈ ਐਕਸਟਰਾ ਨੰਬਰ ਸਾਨੂੰ ਨਹੀਂ ਮਿਲਣ ਵਾਲਾ। ਸੋ ਵੀ ਹੈਵ ਟੂ ਫੋਕਸ ਓਨਲੀ ਔਨ ਰਿਟਨ ਐਗਜ਼ਾਮ। ਠੀਕ ਹੈ, ਰਿਟਨ ਐਗਜ਼ਾਮ ਇਜ਼ ਫਰਦਰ ਡਿਵਾਈਡਡ ਇਨਟੂ 2 stages, paper 1 and paper 2. Each paper consists of 100 questions, 400 marks and 2 hours time limit is given. 2 ਘੰਟੇ ਦੇ ਵਿੱਚ ਸਾਨੂੰ 100 ਕੁਐਸਚਨ ਸੋਲਵ ਕਰਨੇ ਆ, ਹਰ ਇੱਕ ਕੁਐਸਚਨ ਦੇ 4 ਨੰਬਰ ਸਾਨੂੰ ਗਿਵਨ ਆ। ਹੁਣ ਪਾਰਟਿਕੂਲਰਲੀ ਜੇ ਆਪਾਂ ਦੀ ਗੱਲ ਕਰੀਏ ਤੇ ਇਹਦਾ ਸਿਲੇਬਸ ਕੀ ਹੋਊਗਾ, ਪੇਪਰ 1 ਤੇ ਪੇਪਰ 2 ਦਾ ਕੀ ਸਿਲੇਬਸ ਹੋਊਗਾ। ਸੋ ਫਸਟ ਆਪਾਂ ਪੇਪਰ 1 ਦੀ ਗੱਲ ਕਰਦੇ ਹਾਂ। पेपर 1 ਦੇ ਵਿੱਚ 3 ਕੈਟਾਗਰੀਜ਼ ਦੇ ਵਿੱਚ ਉਹਨੂੰ ਡਿਵਾਈਡ ਕੀਤਾ ਗਿਆ। ਫਸਟ ਵਨ ਇਜ਼ ਜਨਰਲ ਅਵੇਅਰਨੈਸ, ਜਿਹਦੇ ਕੀ 50 ਕੁਐਸਚਨਸ ਹੋਣਗੇ ਮਲਟੀਪਲਾਈ ਬਾਈ 4 200 ਮਾਰਕਸ ਦਾ ਜਿਹੜਾ ਜਨਰਲ ਅਵੇਅਰਨੈਸ ਦਾ ਪੇਪਰ ਹੋਊਗਾ। ਸੈਕੰਡ ਵਨ ਇਜ਼ ਕੁਆਂਟਸ, ਜਿਹਨੂੰ ਆਪਾਂ ਕਹਿ ਦਿੰਦੇ ਆ ਮੈਥਸ, ਇਹਦੇ ਕੁਐਸਚਨਸ ਹੋਣਗੇ 30 ਮਲਟੀਪਲਾਈ ਬਾਈ 4 120 ਮਾਰਕਸ ਇਹਦੇ ਹੋਗੇ। ਲਾਸਟ ਵਨ ਇਜ਼ ਪੰਜਾਬੀ, 20 ਕੁਐਸਚਨਸ ਇਹਦੇ ਆ 80 ਮਾਰਕਸ ਦਾ ਹੈ। ਟੋਟਲ ਪੇਪਰ ਜਿਹੜਾ ਸਾਡਾ 400 ਮਾਰਕਸ ਦਾ ਹੋ ਗਿਆ। ਹੁਣ ਜਨਰਲ ਅਵੇਅਰਨੈਸ ਦੇ ਵਿੱਚ ਕੀ ਟੌਪਿਕਸ ਗਿਵਨ ਆ, ਜਿਓਗ੍ਰਾਫੀ ਦੇ ਟੌਪਿਕਸ ਗਿਵਨ ਆ, এনवायरमेंट ਦੇ ਟੌਪਿਕਸ ਗਿਵਨ ਆ, ਪੋਲਿਟੀ ਦੇ ਟੌਪਿਕ ਗਿਵਨ ਆ। ਹਾਲਾਂਕਿ ਇਹਦੇ ਵਿੱਚ ਜੋ ਸਿਲੇਬਸ ਗਿਵਨ ਆ ਉਹਦੇ ਵਿੱਚ ਪੋਲਿਟੀ ਦੇ ਉੱਪਰ ਬਹੁਤ ਜ਼ਿਆਦਾ ਇੰਪੋਰਟੈਂਸ ਜਾਂ ਸਿਗਨੀਫੀਕੈਂਸ ਦਿੱਤਾ ਗਿਆ ਪੋਲਿਟੀ। ਕੁਆਂਟਸ ਦੇ ਵਿੱਚ ਨਾਰਮਲੀ ਜੋ ਚੈਪਟਰਸ ਚੱਲਦੇ ਸਾਡੇ ਪ੍ਰੋਫਿਟ ਐਂਡ ਲਾਸ, ਟਾਈਮ, ਰੇਸ਼ੋ ਐਂਡ ਐਵਰੇਜ। फॉर पंजाबी लैंग्वेज 10th क्लास ਦੀ ਕੋਈ ਵੀ ਗ੍ਰਾਮਰ ਦੀ ਬੁੱਕ, 9th क्लास ਦੀ ਕੋਈ ਵੀ ਗ੍ਰਾਮਰ ਦੀ ਬੁੱਕ ਉਹਦੇ ਵਾਸਤੇ ਆਪਾਂ ਰੈਫਰ ਨੂੰ ਕਰ ਸਕਦੇ ਹਾਂ ਆਪਾਂ ਸਕੋਰ ਕਰਨ ਵਾਸਤੇ। ਨਾਓ प्रॉफिट एंड लॉस, टाइम एंड रेशियो, जनरल अवेयरनेस, ये सारे क्वेश्चन ਸਾਨੂੰ ਕੰਪਲੀਟ ਕਰਨੇ ਆ 120 ਮਿੰਟਸ ਯਾਨੀ ਕਿ 2 ਆਵਰਸ ਦੇ ਵਿੱਚ। ਸੋ 100 ਕੁਐਸਚਨਸ ਨੂੰ 120 ਮਿੰਟਸ ਦੇ ਵਿੱਚ ਆਪਾਂ ਤਾਂ ਹੀ ਕੰਪਲੀਟ ਕਰ ਸਕਦੇ ਹਾਂ ਜੇ ਮੈਨੂੰ ਕੁਆਂਟਸ ਦੇ ਇੱਥੇ ਬਹੁਤ ਸਾਰੇ ਸ਼ਾਰਟਕਟਸ ਪਤਾ ਹੋਣਗੇ। प्रॉफिट एंड लॉस ਜੇ ਮੈਂ ਟ੍ਰੈਡੀਸ਼ਨਲ ਮੈਥਡਸ ਦੇ ਨਾਲ ਸੋਲਵ ਕਰਾਂਗਾ ਤੇ then it will take approximately 4 to 5 minutes to solve a single question.
सो जे शॉर्टकट्स पता है, मैं 10 सेकंड्स 20 सेकंड्स 30 सेकंड्स ਦੇ ਵਿੱਚ क्वेश्चन सॉल्व करदा पिया, दैन आई विल बी एबल टू कंप्लीट माय क्वेश्चन पेपर ਤੇ ਫਿਰ ਹੀ ਮੇਰੀ ਰੈਂਕ ਅੱਛੀ ਜਿਹੜੀ ਆ ਸਕਦੀ ਹੈ। ਸੋ ਫॉर दैट ਆਪਾਂ ਜਿਹੜਾ ਕੰਪਲੀਟ ਕੋਰਸ ਲੈ ਕੇ ਆਵਾਂਗੇ ਪੁਆਇੰਟਸ ਦਾ, ਜਿਹਦੇ ਵਿੱਚ ਹਰ ਇੱਕ ਚੈਪਟਰ ਦੇ ਜਿਹੜੇ ਆ ਸ਼ਾਰਟਕਟਸ ਤੁਹਾਨੂੰ ਸਿਖਾਏ ਜਾਣਗੇ। ਓਕੇ, ਜਨਰਲ ਅਵੇਅਰਨੈਸ ਦੇ ਵੀ ਜਿਹੜੀ ਹੈ ਵੀ ਕਾਫੀ ਕੋਸ਼ਿਸ਼ ਕੀਤੀ ਜਾਏਗੀ ਕਿ ਕਾਫੀ ਜਿਹੜਾ ਵਾਸਟ ਸਿਲੇਬਸ ਕਵਰ ਕੀਤਾ ਜਾਏ, ਹਾਲਾਂਕਿ ਇਹ ਸਿਲੇਬਸ ਬਹੁਤ ਜ਼ਿਆਦਾ ਵਾਸਟ ਆ। ਸੋ ਜੋ ਕੁਝ ਇੰਪੋਰਟੈਂਟ ਟੌਪਿਕਸ ਨੇ ਉਹਦੇ ਬਾਰੇ ਗਾਈਡ ਕੀਤਾ ਜਾਊਗਾ, ਬਟ ਓਵਰਆਲ ਜਨਰਲ ਅਵੇਅਰਨੈਸ ਨੂੰ ਕਿੱਦਾਂ ਪ੍ਰਿਪੇਅਰ ਕਰਨਾ, ਪੂਰਾ ਅਵੇਅਰਨੈਸ ਆਪਾਂ ਕਿੱਦਾਂ ਕਿਹੜੀ ਬੁੱਕ ਤੋਂ ਪੜ੍ਹਨਾ ਹੈ, ਕਿੱਦਾਂ ਪੜ੍ਹਨਾ ਹੈ, ਸਟਾਰਟ ਕਿੱਥੋਂ ਕਰਨਾ ਹੈ, ਕਿੰਨੇ ਦਿਨਾਂ ਦੇ ਵਿੱਚ ਕਰਨਾ ਹੈ, ਉਹਦੇ ਬਾਰੇ ਵੀ ਫਰਦਰ ਜਿਹੜੀਆਂ ਵੀਡੀਓਜ਼ ਆ ਉਹ ਤੁਹਾਨੂੰ ਗਾਈਡ ਜ਼ਰੂਰ ਕਰਨਗੀਆਂ ਚੈਨਲ ਦੇ ਉੱਪਰ। ਨਾਓ ਵੀ ਵਿਲ ਟਾਕ ਅਬਾਊਟ ਪੇਪਰ 2। ਪੇਪਰ 2 again consists of 100 questions। ਪੇਪਰ 2 ਦੇ ਵੀ 200 questions ਆ, 4 marks by each, 400 marks and 2 hours ਦੀ ਇਹਦੀ ਟਾਈਮ ਲਿਮਿਟ ਹੈ। ਓਕੇ, ਹੁਣ ਇਹਦਾ ਜਿਹੜਾ ਸਿਲੇਬਸ ਰਹੇਗਾ, ਫਸਟ ਪੇਪਰ 1 ਦੇ ਵਿੱਚ ਜਿਹੜੀ ਆ ਜਨਰਲ ਅਵੇਅਰਨੈਸ ਐਂਡ ਕੁਆਂਟ ਸਟੱਡੀ ਕਵਰ ਹੋ ਗਈ ਸੀ। ਇਹਦੇ ਵਿੱਚ ਆਊਗੀ ਰੀਜ਼ਨਿੰਗ ਦੇ 50 ਕੁਐਸਚਨਸ ਆ, 4 ਮਾਰਕਸ 200 ਮਾਰਕਸ ਦੀ ਸਾਡੇ ਕੋਲ ਰੀਜ਼ਨਿੰਗ ਆ ਰਹੀ ਆ। ਦੈਨ ਸੈਕੰਡ ਪਾਰਟ ਇਜ਼ ਡਿਜੀਟਲ ਲਿਟਰੇਸੀ। ਹੁਣ ਇਹ ਜਿਹੜਾ ਸਬਜੈਕਟ ਆ ਨਿਊ ਇੰਟਰੋਡਿਊਸ ਹੋਇਆ, ਇਹਦੇ 30 ਕੁਐਸਚਨਸ ਆ, 120 ਮਾਰਕਸ ਜਿਹੜੀ ਕਿ ਕਾਫੀ ਵੇਟੇਜ ਇਹਨੂੰ ਵੀ ਗਿਵਨ ਹੈ। ਜਿੱਦਾਂ ਹੁਣ ਇੰਟੈਲੀਜੈਂਸ ਵਿੰਗ ਦੇ ਵਿੱਚ, ਇਨਵੈਸਟੀਗੇਸ਼ਨ ਵਿੰਗ ਦੇ ਵਿੱਚ ਆ ਡਿਜੀਟਲ ਲਿਟਰੇਸੀ ਦੀ ਬਹੁਤ ਜ਼ਿਆਦਾ ਲੋੜ ਪੈਂਦੀ ਆ। ਸੋ ਇਹਦੇ ਲਈ ਕਾਫੀ ਇੰਪੋਰਟੈਂਸ ਜਿਹੜੀ ਪੰਜਾਬ ਪੁਲਿਸ ਵੱਲੋਂ ਇਹਨੂੰ ਦਿੱਤੀ ਗਈ ਆ। ਇਹਦੇ ਵਿੱਚ ਬਹੁਤ ਸਾਰੇ ਟੌਪਿਕਸ ਗਿਵਨ ਨੇ ਜੋ ਕਿ ਨਾਰਮਲ ਵੀ ਨੇ, ਜਿੱਦਾਂ WhatsApp Facebook ਜਿਹੜੀ ਆ ਉਹਦੇ ਬਾਰੇ ਇਨਫੋਰਮੇਸ਼ਨ ਕਿੱਦਾਂ ਆਪਾਂ ਐਬਸਟ੍ਰੈਕਟ ਕਰਨੀ ਆ, ਉਹਦੇ ਬਾਰੇ ਇਹ ਤੁਹਾਡੇ ਕੋਲੋਂ ਪੁੱਛਿਆ ਜਾਊਗਾ। ਐਂਡ ਲਾਸਟ ਵਨ ਇਜ਼ ਇੰਗਲਿਸ਼ ਲੈਂਗੁਏਜ ਜਿਹੜੇ ਆ 20 ਕੁਐਸਚਨਸ ਆ, 80 ਮਾਰਕਸ ਦਾ ਹੈਗੇ। ਓਕੇ, ਸੋ ਇਹਦੇ ਬਾਰੇ ਵੀ ਰੀਜ਼ਨਿੰਗ ਦੇ ਸਾਰੇ ਟੌਪਿਕਸ, ਡਿਜੀਟਲ ਲਿਟਰੇਸੀ ਨੂੰ ਕਿੱਦਾਂ ਪੜ੍ਹਨਾ ਹੈ, ਕਿੱਥੋਂ ਪੜ੍ਹਨਾ, ਇੰਗਲਿਸ਼ ਲੈਂਗੁਏਜ ਦੇ ਕੁਐਸਚਨਸ ਜਿਹੜੇ ਆ ਕਿਹੜੇ ਐਕਸਪੈਕਟ ਕੀਤੇ ਜਾ ਸਕਦੇ ਆ, ਵਨ ਵਰਡ ਸਬਸਟੀਟਿਊਸ਼ਨਸ ਆ, ਸਿਨੋਨਿਮਸ, ਐਂਟੋਨਿਮਸ, ਇਹਦੇ ਬਾਰੇ ਵੋਕੈਬਲਰੀ ਦੇ ਕੁਐਸਚਨ ਜਿਹੜੇ ਗਿਵਨ ਹੋ ਸਕਦੇ ਆ, ਪੈਸੇਜ ਗਿਵਨ ਹੋ ਸਕਦਾ ਵਾ। ਸੋ ਇਹ ਵਾਲੇ ਕੁਐਸਚਨ ਜਿਹੜੇ ਆ ਪੇਪਰ 2 ਦੇ ਵਿੱਚ ਕਵਰ ਕੀਤੇ ਜਾਣਗੇ। There is a one important thing for paper 1 and 2 is minimum passing marks. For general candidates, यानी कि जिन्होंने कोई भी रिजर्वेशन नहीं मिलती थी, उन्होंने वास्ते 30% मार्क्स लेने ਜਿਹੜੇ ਆ बहुत ज़रूरी है। एंड फॉर रिजर्व क्लास जो कैंडिडेट्स SC या OBC कैटेगरी ਨੂੰ ਬਿਲੋਂਗ ਕਰਦੇ ਆ, ਉਹਨਾਂ ਵਾਸਤੇ 25% ਮਾਰਕਸ ਲੈਣੇ ਬਹੁਤ ਜ਼ਰੂਰੀ ਹੈ। ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਜਦੋਂ ਲਾਸਟ ਰਿਕਰੂਟਮੈਂਟਸ ਹੋਈਆਂ ਸੀਗੀਆਂ 2016-17 ਦੇ ਵਿੱਚ, ਜਦੋਂ ਪੇਪਰ ਹੋਏ ਸੀਗੇ ਜਿਨ੍ਹਾਂ ਕੈਂਡੀਡੇਟਸ ਦੇ, ਹੁਣ ਪਟਵਾਰੀ ਵਾਲੇ ਪੇਪਰ ਦੀ ਆਪਾਂ ਜੇ ਗੱਲ ਕਰੀਏ, 100 ਮਾਰਕਸ ਦਾ ਪੇਪਰ ਸੀਗਾ। ਉਹ 100 ਮਾਰਕਸ ਦੇ ਵਿੱਚੋਂ ਜਿਹਦੇ 4 ਨੰਬਰ ਸੀਗੇ, 5 ਨੰਬਰ ਵੀ ਸੀਗੇ ਐਕਸ ਸਰਵਿਸਮੈਨ ਕੋਟੇ ਦੇ ਵਿੱਚ, ਜਾਂ ਕੋਈ ਉਹਨੂੰ ਹੋਰ ਕੋਟਾ ਲੱਗਦਾ ਪਿਆ ਸੀਗਾ, ਜਾਂ ਕੋਈ ਜਨਰਲ ਕੈਟੇਗਰੀ ਦਾ ਵੀ ਸੀ, ਸੌਰੀ ਜਨਰਲ ਕੈਟੇਗਰੀ ਦੀ ਨਹੀਂ ਸੀ, ਰਿਜ਼ਰਵਡ ਕਲਾਸ ਦੇ ਵਿੱਚੋਂ 4-4 5-5 ਨੰਬਰ ਵਾਲੇ ਵੀ ਜਿਹੜੇ ਸਟੂਡੈਂਟ ਸੀ, ਕੈਂਡੀਡੇਟ ਸੀਗੇ, ਉਹ ਵੀ ਕੁਆਲੀਫਾਈ ਕਰਕੇ ਜੌਬ ਕਰਦੇ ਪਏ ਨੇ ਅੱਜ। ਬਟ ਇੱਥੇ ਸਪੈਸ਼ਲ ਸਟ੍ਰੈਸ ਗਿਵਨ ਆ ਕਿ ਜੇ ਤੁਹਾਡੇ 30% ਮਾਰਕਸ ਨਹੀਂ ਆਏ, 100 ਦੇ ਵਿੱਚੋਂ 30 ਨੰਬਰ ਜੇ ਨਹੀਂ ਆਏ ਤੁਹਾਡੇ, ਯੂ ਆਰ ਨਾਟ ਐਲੀਜੀਬਲ ਫॉर ਦਾ ਸੈਕੰਡ ਸਟੇਜ। ਚਾਹੇ ਉਹ ਪੋਸਟਾਂ ਖਾਲੀ ਦੀਆਂ ਖਾਲੀ ਰਹਿ ਜਾਣ, ਉਹ ਨੈਕਸਟ ਰਿਕਰੂਟਮੈਂਟ ਦੇ ਵਿੱਚ ਫਿਲ ਜਿਹੜੀਆਂ ਕੀਤੀਆਂ ਜਾਣਗੀਆਂ। ਸੋ ਇਹ ਇੱਕ ਬੜਾ ਇੰਪੋਰਟੈਂਟ ਸਟੈਪ ਆ ਤੇ ਵਧੀਆ ਸਟੈਪ ਵੀ ਜੇ ਆਪਾਂ ਕਹਿ ਸਕਦੇ ਹਾਂ ਕਿ ਗਵਰਨਮੈਂਟ ਵੱਲੋਂ ਲਿਆ ਗਿਆ। ਐਜੂਕੇਸ਼ਨਲ ਕੁਆਲੀਫਿਕੇਸ਼ਨ ਪੇਪਰ 1 ਹੋ ਗਿਆ। ਉਸ ਤੋਂ ਬਾਅਦ ਜੇ ਸਾਡੇ ਕੋਲ ਆਉਂਦਾ ਤੇ ਪੇਪਰ ਸਟੇਜ 2 ਆਪਾਂ ਕਰੀਏ। ਸਟੇਜ 2 ਆ PMT, PST, ਫਿਜ਼ੀਕਲ ਮਾਈਜਰਮੈਂਟ ਟੈਸਟ ਐਂਡ ਫਿਜ਼ੀਕਲ ਸਕਰੀਨਿੰਗ ਟੈਸਟ। ਇਹਦੇ ਵਿੱਚ ਇੱਕ ਹੋਰ ਪਾਰਟ ਆ ਡਾਕੂਮੈਂਟ ਸਕ੍ਰੂਟਨੀ, ਯਾਨੀ ਕਿ ਤੁਹਾਡੇ ਡਾਕੂਮੈਂਟਸ ਵੈਰੀਫਾਈ ਕੀਤੇ ਜਾਣਗੇ। ਠੀਕ ਹੈ, ਹੁਣ ਡਾਕੂਮੈਂਟਸ ਵੈਰੀਫਾਈ ਕਰਨ ਦੇ ਵਿੱਚ ਕਿਹੜੀ ਚੀਜ਼ਾਂ ਚਾਹੀਦੀਆਂ? ਸਭ ਤੋਂ ਪਹਿਲਾਂ ਮੈਟ੍ਰਿਕੂਲੇਸ਼ਨ ਯਾਨੀ ਕਿ 10ਵੀਂ ਦਾ ਸਰਟੀਫਿਕੇਟ, ਸੋ ਦੈਟ ਵੀ ਕੈਨ ਵੈਰੀਫਾਈ ਯੂਅਰ ਏਜ। ਗ੍ਰੈਜੂਏਸ਼ਨ ਦਾ ਸਰਟੀਫਿਕੇਟ ਚਾਹੀਦਾ, 10ਵੀਂ ਦੇ ਵਿੱਚ ਪੰਜਾਬੀ ਪਾਸ ਕੀਤੀ ਹੋਈ ਹੈ ਉਹਦਾ ਸਰਟੀਫਿਕੇਟ ਚਾਹੀਦਾ। ਜੇ ਤੁਸੀਂ ਇੰਟੈਲੀਜੈਂਸ ਵਿੰਗ ਲਈ ਅਪਲਾਈ ਕਰਦੇ ਪਏ ਹੋ, ਦੈਨ ਅਕੋਰਡਿੰਗਲੀ ਗ੍ਰੈਜੂਏਸ਼ਨ ਕੰਪਿਊਟਰ ਸਾਇੰਸ BTech ਹੋਣੀ ਚਾਹੀਦੀ, ਜਾਂ ਫਿਰ O ਲੈਵਲ ਦਾ ਸਰਟੀਫਿਕੇਟ ਹੋਣਾ ਚਾਹੀਦਾ। ਜੇ ਤੁਸੀਂ ਕੋਈ ਵੀ ਕੋਟਾ ਕਲੇਮ ਕਰਦੇ ਪਏ ਹੋ, ਠੀਕ ਹੈ, ਉਹਦੇ ਲਈ ਤੁਹਾਡੇ ਕੋਲ ਇੱਕ ਸਰਟੀਫਿਕੇਟ ਪ੍ਰੋਪਰਲੀ ਇਸ਼ੂਡ ਹੋਣਾ ਚਾਹੀਦਾ, ਜੋ ਕਿ ਤਹਿਸੀਲਦਾਰ ਜਾਂ ਕੋਈ ਹੋਰ ਅਥਾਰਟੀ ਕਰਦੀ ਆ। ਜੇ ਤੁਸੀਂ ਜੌਬ ਕਰਦੇ ਪਏ ਗਵਰਨਮੈਂਟ ਜੌਬ ਦੇ ਵਿੱਚ ਹੋ, ਤੇ ਦੈਨ ਤੁਹਾਡੇ ਕੋਲ NOC ਹੋਣੀ ਚਾਹੀਦੀ ਹੈ ਡਿਪਾਰਟਮੈਂਟ। ਠੀਕ ਹੈ,
फिर फिजिकल मेजरमेंट टेस्ट आ रहा साढ़े ਹੁਣ ਇਹਦੇ ਵਿੱਚ ਦੋ ਕੈਟਾਗਰੀਜ਼ ਬਣ ਰਹੀਆਂ ਅਗੇਨ ਮੇਲ ਐਂਡ ਫੀਮੇਲ ਇਹਦੇ ਵਿੱਚ ਜਨਰਲ ਕਲਾਸ ਵੀ ਹੋਊਗੀ ਐਕਸ ਸਰਵਿਸਮੈਨ ਵੀ ਆਉਣਗੇ ਸੋ ਮੇਜਰਮੈਂਟ ਦੇ ਵਿੱਚ ਸਭ ਤੋਂ ਪਹਿਲਾਂ ਹਾਈਟ ਆ 5 ਫੁੱਟ 7 ਇੰਚ ਦੋ ਕੈਟਾਗਰੀਜ਼ ਵਾਸਤੇ यानी कि 5 फुट 7 इंच मेरे को होना चाहिए मेरी हाइट मिनिमम 5 फुट 7 इंच होनी चाहिए फॉर डिस्ट्रिक्ट पुलिस एंड फॉर आर्म्ड पुलिस इन्हां दोनों वास्ते दिस वन इज फॉर मेल कैंडिडेट्स ओनली 5 फुट 5 इंच होनी चाहिए इंटेलिजेंस एंड इन्वेस्टिगेशन विंग वास्ते दीज आर फॉर द मेल कैंडिडेट्स on the counterparts of the females 5 feet 2 inch for the armed police and district police and 5 feet 1 inch for the intelligence and investigation wing females वास्ते ये height ਜਿਹੜੀ ਆ mandatory ਆ ਹੁਣ ਇਹਦੇ ਵਿੱਚ ਜਿਹੜੀ ਆ ਵੀ ਚਾਹੇ ਤੁਸੀਂ ਜਨਰਲ ਕੈਟਾਗਰੀ ਨੂੰ ਬਿਲੋਂਗ ਕਰਦੇ ਪਏ ਹੋ ਚਾਹੇ ਕੋਈ ਰਿਜ਼ਰਵ ਕਲਾਸ ਨੂੰ ਬਿਲੋਂਗ ਕਰਦੇ ਪਏ ਹੋ ਇਹਦੇ ਵਿੱਚ ਸਾਨੂੰ ਕੋਈ ਵੀ ਰਿਲੈਕਸੇਸ਼ਨ ਜਿਹੜੀ ਆ ਨਹੀਂ ਮਿਲ ਸਕਦੀ ਐਕਸ ਸਰਵਿਸਮੈਨ ਨੇ ਜਿਹੜੇ ਹੁਣ ਉਹਨਾਂ ਨੂੰ ਰਿਲੈਕਸੇਸ਼ਨ ਮਿਲਦੀ ਪਈ ਆ ਫਿਜ਼ੀਕਲ ਸਕਰੀਨਿੰਗ ਟੈਸਟ ਦੇ ਵਿੱਚ ਜਿਹਦੇ ਵਿੱਚ ਸਾਡੇ ਕੋਲ 1600 ਮੀਟਰ ਦੀ ਦੌੜ ਆ ਲੌਂਗ ਜੰਪ ਆ ਐਂਡ ਹਾਈ ਜੰਪ ਆ ਪਹਿਲਾਂ ਆਪਾਂ ਮੇਲ ਕੈਂਡੀਡੇਟਸ ਦੀ ਗੱਲ ਕਰਦੇ ਹਾਂ ਐਂਡ ਆਰਮਡ ਪੁਲਿਸ ਤੇ ਡਿਸਟ੍ਰਿਕਟ ਪੁਲਿਸ ਦੀ ਗੱਲ ਕਰਦੇ ਪਏ ਆਪਾਂ ਮੇਲ ਕੈਂਡੀਡੇਟਸ ਨੂੰ 1600 मीटर दौड़ लाउनी है इन 7 मिनट्स यानी कि ग्राउंड के 4 चक्कर मैनू 7 मिनट दे विच करने पैणगे उस तो बाद लॉन्ग जंप आ 3.65 मीटर ਇਹਦੇ ਲਈ ਮੈਨੂੰ 3 ਚਾਂਸ ਮਿਲਣਗੇ then high jump is there 1.10 मीटर ਇਹਦੇ ਲਈ ਵੀ 3 ਚਾਂਸ ਮਿਲਣਗੇ but for running सिर्फ एक ही चांस ਦੇ ਵਿੱਚ ਮੈਨੂੰ 7 ਮਿੰਟ ਦੇ ਵਿੱਚ 1600 ਮੀਟਰ ਜਿਹੜੀ ਆ ਕਵਰ ਕਰਨੀ ਪਊਗੀ ਐਕਸ ਸਰਵਿਸਮੈਨ ਨੂੰ ਇਹਦੇ ਵਿੱਚ ਰਿਲੈਕਸੇਸ਼ਨ ਹੈ ਐਕਸ ਸਰਵਿਸਮੈਨ ਨੂੰ ਸਿਰਫ 1400 ਮੀਟਰ ਜਿਹੜੀ ਆ ਵੀ ਕਵਰ ਕਰਨੀ ਆ 9 ਮਿੰਟ ਦੇ ਵਿੱਚ ਤੇ 10 ਸਿਟਅਪਸ ਲਗਾਉਣੇ ਆ 2 ਮਿੰਟ ਦੇ ਵਿੱਚ ਤੇ ਜਿਹੜੇ ਐਕਸ ਸਰਵਿਸਮੈਨ 35 ਏਜ ਤੋਂ ਪਲੱਸ ਨੇ ਉਹਨਾਂ ਨੂੰ 10 ਸਿਟਅਪਸ ਲਾਉਣੇ ਆ 3 ਮਿੰਟ ਦੇ ਵਿੱਚ ਤੇ 1400 ਮੀਟਰ ਜਿਹੜੀ ਕਵਰ ਕਰਨੀ ਉਹ 12 ਮਿੰਟਾਂ ਦੇ ਵਿੱਚ ਨਾਓ ਫॉर द ਜਨਰਲ ਕੈਂਡੀਡੇਟ ਹੁਣ ਆਪਾਂ ਗੱਲ ਕਰਦੇ ਆ ਫੀਮੇਲ ਕੈਂਡੀਡੇਟਸ ਦੀ for armed police and district police female candidates ਨੂੰ 800 ਮੀਟਰ ਜਿਹੜੀ ਆ ਆਪਣੀ ਕੰਪਲੀਟ ਕਰਨੀ ਆ in just 5 minutes high jump and long jump ਜਿਹੜਾ ਇਹਨਾਂ ਵਾਸਤੇ ਵੀ ਰਹੇਗਾ high jump ਜਿਹੜਾ 0.9 ਮੀਟਰ and long jump ਜਿਹੜਾ 3 ਮੀਟਰ ਇਹਨਾਂ ਨੂੰ ਲਗਾਉਣਾ ਪਏਗਾ ਇਹਦੇ ਵਾਸਤੇ again 3 chances and running ਵਾਸਤੇ 1 chance These specifications are only for armed police and district police. ਜੇ ਆਪਾਂ intelligence and investigation wing ਦੀ ਗੱਲ ਕਰੀਏ then ਉਹਦੇ ਲਈ ਹੋਰ easy ਹੋ ਜਾਂਦਾ for female candidates ਉਹਨਾਂ ਨੂੰ ਜਿਹੜੀ ਆ 400 ਮੀਟਰ ਦੀ ਦੌੜ ਲਾਉਣੀ ਆ in 2 minutes female candidates ਨੇ 400 ਮੀਟਰ 2 ਮਿੰਟਸ ਦੇ ਵਿੱਚ लॉन्ग जंप ਜਿਹੜਾ 1.8 मीटर है and high jump ਜਿਹੜਾ 0.75 meter long jump is 1.80 meter and high jump is 0.75 meter these specifications are for the female candidates and for the male candidates running is 800 meter to be completed in 4 minutes long jump is 2.75 meters and high jump is 0.90 meter ਜੇ ਫਿਜ਼ੀਕਲ ਮੇਜਰਮੈਂਟ ਜਿਹੜੀ ਸਾਡੀ ਕੰਪਲੀਟ ਹੈ ਯਾਨੀ ਕਿ ਜੇ ਮੇਰੀ ਹਾਈਟ 5 ਫੁੱਟ 7 ਇੰਚ ਤੋਂ ਅਬਾਵ ਹੈ ਦੈਨ ਮੈਂ ਸਾਰੇ ਹੀ ਕੈਟਾਗਰੀਜ਼ ਲਈ ਐਲੀਜੀਬਲ ਆ ਜੇ 5 ਫੁੱਟ 5 ਹੈ ਜਾਂ 5 ਫੁੱਟ 6 ਹੈ ਦੈਨ ਮੈਂ ਇੰਟੈਲੀਜੈਂਸ ਐਂਡ ਇਨਵੈਸਟੀਗੇਸ਼ਨ ਵਿੰਗ ਲਈ ਅਵੇਲੇਬਲ ਹੈ ਐਲੀਜੀਬਲ ਹੈ ਸੋ ਜਿਹੜੀ ਫਿਜ਼ੀਕਲ ਸਕਰੀਨਿੰਗ ਟੈਸਟ ਆ ਇਹ ਕੋਈ ਬਹੁਤ ਜ਼ਿਆਦਾ ਡਿਫਿਕਲਟ ਨਹੀਂ ਆ 1600 ਮੀਟਰ ਜਿਹੜੀ ਹੈ ਚੱਕਰ ਲਗਾਉਣਾ 7 ਮਿੰਟ ਦੇ ਵਿੱਚ ਜਿਹੜੀ ਹੈਗੀ ਆਪਾਂ ਨਾਰਮਲ 15 to 20 ਡੇਜ਼ ਦੀ ਪ੍ਰੈਕਟਿਸ ਦੇ ਵਿੱਚ ਵੀ ਇਹਨੂੰ ਕੰਪਲੀਟ ਆਪਾਂ ਕਰ ਸਕਦੇ ਹਾਂ ਸੋ ਇਹਦੇ ਲਈ ਆਲਰੇਡੀ ਬਹੁਤ ਸਾਰੇ ਗਰਾਊਂਡਸ ਦੇ ਉੱਪਰ ਟ੍ਰੇਨਿੰਗ ਵੀ ਮਿਲ ਸਕਦੀ ਹੈ ਤੁਸੀਂ ਹੁਣ ਤੋਂ ਹੀ ਇਹਨੂੰ ਸਟਾਰਟ ਕਰ ਸਕਦੇ ਹੋ
ठीक है। ਇਹ ਰਹੀ ਸੀ ਸਾਡੀ ਸਟੇਜ। ਹੁਣ ਜਿਹੜੀ ਸਟੇਜ 2 ਸੀ ਇਹ ਸਾਡੀ ਜਸਟ ਇੱਕ ਕੁਆਲੀਫਾਈਂਗ ਨੇਚਰ ਦੀ ਸੀਗੀ, ਇਹਦਾ ਕੋਈ ਵੀ ਮਾਰਕਸ ਸਾਨੂੰ ਨਹੀਂ ਮਿਲਣ ਵਾਲਾ। ਸੋ ਸਾਡੀ ਮੈਰਿਟ ਲਿਸਟ ਜਿਹੜੀ ਕਿ ਬਣੂਗੀ ਕਾਹਦੇ ਦੇ ਬੇਸ ਤੇ ਬਣੂਗੀ, ਪੇਪਰ 1 ਦੇ ਬੇਸ ਤੇ ਆਉਂਦੀ, ਪੇਪਰ 1 ਐਂਡ 2 ਦੇ ਬੇਸ ਤੇ ਆਉਂਦੀ, ਯਾਨੀ ਕਿ ਸਟੇਜ 1 ਦੇ ਬੇਸ ਤੇ ਆਉਂਦੀ। ਸੋ ਜੇ ਕਿਸੇ ਨੇ ਪੰਜਾਬ ਪੁਲਿਸ ਦੇ ਵਿੱਚ ਸਬ ਇੰਸਪੈਕਟਰ ਭਰਤੀ ਹੋਣਾ, ਉਹਨੂੰ ਆਪਣੇ ਫਿਜ਼ੀਕਲ ਫਿਟਨੈਸ ਦੇ ਨਾਲੋਂ ਮੈਂਟਲ ਫਿਟਨੈਸ ਦੇ ਉੱਪਰ ਜ਼ੋਰ ਦੇਣਾ ਚਾਹੀਦਾ, ਪੇਪਰ ਕਲੀਅਰ ਵੱਲ ਜ਼ਿਆਦਾ ਜ਼ੋਰ ਦੇਣਾ ਪਊਗਾ। ਸੋ ਲਾਸਟ ਵਨ ਇਜ਼ ਦੀ ਐਗਜ਼ਾਮੀਨੇਸ਼ਨ ਫੀਸ। ਜਨਰਲ ਕੈਂਡੀਡੇਟਸ ਵਾਸਤੇ ਜਿਹੜੀ ਆ ਇਹਨੂੰ ਅਪਲਾਈ ਕਰਨ ਦੀ ਫੀਸ ਆ 1500 ਰੁਪੀਸ। ਐਕਸ ਸਰਵਿਸਮੈਨ ਜਿਹੜੇ ਕਿ ਪੰਜਾਬ ਸਟੇਟ ਨੂੰ ਬਿਲੋਂਗ ਕਰਦੇ ਆ ਉਹਨਾਂ ਦੀ ਆ 700। SC ST ਜਾਂ ਫਿਰ OBC ਕਲਾਸ ਦੇ ਆ ਉਹਨਾਂ ਦੀ ਫੀਸ ਆ 900 ਐਂਡ ਦ ਲਾਸਟ ਵਨ ਇਜ਼ ਇਕਨੋਮਿਕਲੀ ਵੀਕਰ ਸੈਕਸ਼ਨ, ਉਹਨਾਂ ਦੀ ਫੀਸ ਵੀ ਆ 900। ਸੋ ਇਹ ਓਵਰਵਿਊ ਪੈਟਰਨ ਸੀਗਾ ਕਿ ਨੋਟੀਫਿਕੇਸ਼ਨ ਦੇ ਵਿੱਚ ਕੀ ਚੀਜ਼ਾਂ ਗਿਵਨ ਨੇ। ਨੈਕਸਟ ਵੀਡੀਓ ਦੇ ਵਿੱਚ ਆਪਾਂ ਇਸ ਫਾਰਮ ਨੂੰ ਕਿੱਦਾਂ ਫਿਲ ਕਰਨਾ ਆ, ਆਪਣੀ ਪ੍ਰੈਫਰੈਂਸਿਸ ਕਿੱਦਾਂ ਫਿਲ ਕਰਨੀਆਂ ਫਾਰਮ ਦੇ ਵਿੱਚ, ਜਿਹੜੀ ਫੋਟੋ ਦਾ ਸਾਈਜ਼ ਹੈ, ਸਿਗਨੇਚਰ ਹੈ, ਉਹ ਕੰਪਲੀਟ ਜਿਹੜੀ ਡਿਟੇਲਡ ਵੀਡੀਓ ਆ ਨੈਕਸਟ ਵੀਡੀਓ ਦੇ ਵਿੱਚ ਆਪਾਂ ਰਿਪਰੈਜ਼ੈਂਟ ਕਰਾਂਗੇ ਸਾਰੀ ਇਨਫੋਰਮੇਸ਼ਨ। ਤੇ ਜੋ ਚੈਪਟਰਸ ਨੇ, ਸਿਲੇਬਸ ਨੇ ਇਹਦੇ, ਉਹਦੇ ਬਾਰੇ ਵੀ ਛੋਟੇ ਛੋਟੇ ਵੀਡੀਓ ਕਲਿੱਪਸ ਦੇ ਵਿੱਚ ਤੁਹਾਨੂੰ ਜਿਹੜੀ ਆ ਪ੍ਰੋਪਰ ਜਿਹੜੀ ਆ ਇਹਦੇ ਵਿੱਚ ਗਾਈਡੈਂਸ ਦਿੱਤੀ ਜਾਊਗੀ, ਕਿਸ ਤਰੀਕੇ ਨਾਲ ਜਿਹੜੇ ਸ਼ਾਰਟਕਟਸ ਨੂੰ ਤੁਸੀਂ ਯੂਜ਼ ਕਰਕੇ ਇਹਨੂੰ ਪੇਪਰ ਨੂੰ ਕਲੀਅਰ ਕਰ ਸਕਦੇ ਹੋ। ਸੋ ਨੈਕਸਟ ਇਹਦੇ ਔਰ ਜੋ ਵੀ PPT ਆ ਇਨਫੋਰਮੇਸ਼ਨ ਦੀ ਵੀਡੀਓ ਦੇ ਲਿੰਕ ਦੇ ਵਿੱਚ ਵੀ ਗਿਵਨ ਆ, ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਗਿਵਨ ਆ ਐਂਡ ਅੱਗੇ ਵੀਡੀਓ ਦੇ ਵਿੱਚ PPTs ਵੀ ਗਿਵਨ ਆ। ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਵੀਡੀਓ।